ਮੀਤ ਨੇ ਜ਼ਮੀਨ ਵੇਚ ਕੇ ਬੇਟੇ ਨੂੰ ਬਾਹਰ ਪੜ੍ਹਨ ਭੇਜਿਆ ਅਤੇ ਫਿਰ ਬੇਟਾ ਵਾਪਸ ਨਾ ਆਇਆ। ਛੋਟਾ ਬੇਟਾ ਮੀਤ ਅਤੇ ਰੀਨਾ ਨੂੰ ਇਹ ਕਹਿ ਕੇ ਗਾਲਾਂ ਦਿੰਦਾ ਕਿ ਸਾਰੀ ਜਾਇਦਾਦ ਵੱਡੇ ਬੇਟੇ 'ਤੇ ਲੁਟਾ ਦਿੱਤੀ। ਨੂੰ ਕਈ ਦਿਨ ਸੱਸ ਸਹੁਰੇ ਨੂੰ ਖਾਣਾ ਨਾ ਦਿੰਦੀ। ਮੀਤ ਕਸਾਈ ਦੀ ਦੁਕਾਨ ਤੋਂ ਚਰਬੀ ਲਿਆਉਂਦਾ ਅਤੇ ਉਹ ਬਣਾ ਕੇ ਖਾਂਦੇ। ਇੱਕ ਰਾਤ ਰੀਨਾ ਨੇ ਸਖਤ ਠੰਡ ਕਰਕੇ ਕੰਬਲ ਮੰਗਿਆ ਤਾਂ ਬੇਟੇ ਅਤੇ ਨੂੰਹ ਨੇ ਇਹਨਾਂ ਨੂੰ ਘਰੋਂ ਕੱਢ ਦਿੱਤਾ ਅਤੇ ਉਹ ਸਾਰੀ ਰਾਤ ਠੰਡ ਵਿੱਚ ਬਾਹਰ ਪਏ ਰਹੇ ਅਤੇ ਅਗਲੀ ਸਵੇਰ ਅਚਾਨਕ ਵੱਡਾ ਬੇਟਾ ਇੰਡੀਆ ਆਇਆ ਤਾਂ ਬਾਹਰ ਦਾ ਮੰਜ਼ਰ ਦੇਖ ਕੇ ਉਸ ਦੀ ਰੂਹ ਕੰਬ ਗਈ, ਕਿਉਂਕਿ ਸਾਹਮਣੇ ਅੱਜ ਇੱਕ ਵਾਰ ਫਿਰ ਮੀਤ ਦਾ ਵੱਡਾ ਬੇਟਾ ਕਾਰਤਿਕ ਉਸਦੇ ਕਦਮਾਂ ਵਿੱਚ ਹੱਥ ਫੜੇ ਮਿੰਨਤਾਂ ਤਰਲੇ ਕਰ ਰਿਹਾ ਸੀ। ਛੋਟਾ ਬੇਟਾ ਜੋ ਹੁਣੀ ਸੁੱਤਾ ਉੱਠਿਆ ਸੀ, ਇੱਕ ਵਾਰ ਫਿਰ ਜਦੋਂ ਆਪਣੇ ਵੱਡੇ ਭਰਾ ਨੂੰ ਬਾਪ ਦੇ ਪੈਰਾਂ 'ਚ ਬੈਠੇ ਦੇਖਿਆ ਤਾਂ ਉਸਦੇ ਮੱਥੇ ਤੇ ਬਲ ਪੈ ਗਏ। ਉਹ ਮੂੰਹ ਵਿੱਚ ਬੁੜਬੁੜਾਉਣ ਲੱਗ ਪਿਆ। ਜਾਣਦਾ ਸੀ ਕਿ ਉਹ ਇਸ ਵਕਤ ਕੀ ਗੱਲ ਕਰ ਰਿਹਾ ਹੋਵੇਗਾ। ਉਹ ਮੱਥੇ ਤੇ ਬਲ ਪਾਈ ਚੱਲਦਾ ਹੋਇਆ ਆਪਣੇ ਪਿਤਾ ਦੇ ਕੋਲ ਆ ਗਿਆ, ਜਿੱਥੇ ਉਹ ਪਰੇਸ਼ਾਨ ਜਿਹੇ ਬੈਠੇ ਹੋਏ ਵੱਡੇ ਬੇਟੇ ਕਾਰਤਿਕ ਦੀ ਹਰ ਗੱਲ ਸੁਣ ਰਹੇ ਸੀ। ਛੋਟਾ ਬੇਟਾ ਵਿੱਕੀ ਚੱਲਦਾ ਹੋਇਆ ਬਾਪ ਦੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ, ਪਿਤਾ ਜੀ ਹੁਣ ਭਰਾ ਫੇਰ ਤੋਂ ਕੀ ਕਹਿ ਰਿਹਾ ਹੈ? ਹੁਣ ਕਿਸ ਗੱਲ ਦੇ ਲਈ ਤੁਹਾਡੀਆਂ ਮਿੰਨਤਾਂ ਤਰਲੇ ਕਰ ਰਿਹਾ ਹੈ? ਮੀਤ ਪਰੇਸ਼ਾਨ ਜਿਹਾ ਛੋਟੇ ਬੇਟੇ ਨੂੰ ਬੋਲਿਆ, ਦੇਖ ਨਾ ਵਿੱਕੀ, ਇਹਨੂੰ ਕਿੰਨੀ ਵਾਰ ਸਮਝਾ ਚੁੱਕਿਆ ਹਾਂ ਕਿ ਹੁਣ ਐਦਾਂ ਹਰਗਿਜ਼ ਨਹੀਂ ਹੋ ਸਕਦਾ। ਖਾਨਦਾਨ ਵਿੱਚ ਨੱਕ ਕੱਟ ਕੇ ਰਹਿ ਜਾਵੇਗੀ। ਖਾਨਦਾਨ ਵਾਲੇ ਕੀ ਕਹਿਣਗੇ? 100 ਗੱਲਾਂ ਬਣਾਉਣਗੇ, ਪਰ ਇਹ ਹੈ ਕਿ ਮੰਨਣ ਨੂੰ ਤਿਆਰ ਹੀ ਨਹੀਂ ਹੈ। ਕਾਰਤਿਕ ਨੇ ਇਸ ਵਾਰ ਸਿਫਾਰਸ਼ ਭਰੀਆਂ ਨਜ਼ਰਾਂ ਨਾਲ ਛੋਟੇ ਭਰਾ ਦੇ ਵੱਲ ਨੂੰ ਦੇਖਿਆ, ਜੋ ਤੁਰੰਤ ਨਜ਼ਰਾਂ ਫੇਰ ਗਿਆ। ਇਸ ਵਾਰ ਕਾਰਤਿਕ ਬਾਪ ਦਾ ਹੱਥ ਸੀਨੇ ਨਾਲ ਲਗਾ ਕੇ ਬੋਲਿਆ ਕਿ ਮੈਂ ਇਸ ਵਾਰ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਪਿਤਾ ਜੀ, ਮੈਂ ਜਦੋਂ ਵੀ ਵਾਪਸ ਆਵਾਂਗਾ ਤਾਂ ਤੁਹਾਡਾ ਸਿਰ ਫਕਰ ਨਾਲ ਉੱਚਾ ਹੋ ਜਾਵੇਗਾ। ਪੂਰੇ ਪਿੰਡ ਵਿੱਚ ਤੁਹਾਡੀ ਬਾਹੋ ਵਾਹ ਹੋਵੇਗੀ ਅਤੇ ਲੋਕ ਤੁਹਾਡੀ ਇੱਜ਼ਤ ਕਰਨਗੇ। ਮੈਂ ਬਸ ਇਸ ਘਰ ਦੇ ਹਾਲਾਤ ਬਦਲਣਾ ਚਾਹੁੰਦਾ ਹਾਂ ਅਤੇ ਕੁਝ ਬਣਨਾ ਚਾਹੁੰਦਾ ਹਾਂ। ਰੱਬ ਦੇ ਵਾਸਤੇ ਮੇਰੀ ਗੱਲ ਨੂੰ ਸਮਝੋ। ਮੀਤ ਨੇ ਇਹ ਗੱਲ ਸੁਣੀ ਤਾਂ ਇੱਕ ਗਹਿਰਾ ਸਾਹ ਲਿਆ ਅਤੇ ਬੇਟੇ ਦੇ ਹੱਥ ਤੇ ਹੱਥ ਰੱਖਿਆ ਅਤੇ ਕਹਿਣ ਲੱਗਾ, ਮੈਂ ਤੇਰੀ ਸੋਚ ਤੋਂ ਵਾਕਫ ਹਾਂ। ਯਕੀਨਨ ਤੂੰ ਚੰਗਾ ਹੀ ਚਾਹੁੰਦਾ ਏਂ, ਪਰ ਬੇਟਾ ਜੇ ਇਹ ਗੱਲ ਤੂੰ 1 ਮਹੀਨਾ ਪਹਿਲਾਂ ਕਰਦਾ ਤਾਂ ਠੀਕ ਸੀ। ਹੁਣ ਤੇਰਾ ਰਿਸ਼ਤਾ ਅਨੂ ਦੇ ਨਾਲ ਹੋ ਚੁੱਕਿਆ ਹੈ। 2 ਦਿਨਾਂ ਬਾਅਦ ਤੁਹਾਡੇ ਦੋਨਾਂ ਦੀ ਮੰਗਣੀ ਹੈ ਤੇ ਨਾਲ ਹੀ ਵਿਆਹ ਦੀ ਤਰੀਕ ਰੱਖ ਦੇਵਾਂਗੇ ਅਤੇ ਤੂੰ ਐਨ ਮੌਕੇ ਤੇ ਇਹ ਕਹਿ ਰਿਹਾ ਹੈ ਕਿ ਦੂਸਰੇ ਦੇਸ਼ ਵਿੱਚ ਪੜ੍ਹਾਈ ਕਰਨ ਦੇ ਲਈ ਜਾਣਾ ਹੈ। ਕਾਰਤਿਕ ਨੇ ਆਪਣਾ ਸਿਰ ਝੁਕਾ ਲਿਆ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਪਣੇ ਪਿਤਾ ਜੀ ਨੂੰ ਕਿੱਦਾਂ ਸਮਝਾਵੇ। ਇੰਨੀ ਮੁਸ਼ਕਲ ਨਾਲ ਤਾਂ ਇੱਕ ਵੱਡੀ ਯੂਨੀਵਰਸਿਟੀ ਦੀ ਸਕਾਲਰਸ਼ਿਪ ਮਿਲੀ ਸੀ। ਉਹ ਉੱਥੇ ਪੜ੍ਹਨਾ ਚਾਹੁੰਦਾ ਸੀ ਅਤੇ ਇੱਕ ਨਾਮ ਕਮਾਉਣਾ ਚਾਹੁੰਦਾ ਸੀ, ਪਰ ਇਸ ਦੇ ਪਿਤਾ ਜੀ ਨੂੰ ਤਾਂ ਇਹ ਸਮਝ ਹੀ ਨਹੀਂ ਆ ਰਿਹਾ ਸੀ। ਉਹ ਤਾਂ ਇੱਕ ਹੀ ਰੱਟ ਲਗਾਈ ਬੈਠੇ ਸੀ ਕਿ ਤੇਰੀ ਮੰਗਣੀ ਹੋਣ ਵਾਲੀ ਹੈ, ਰਿਸ਼ਤਾ ਪੱਕਾ ਹੋ ਚੁੱਕਿਆ ਹੈ। ਜੇ ਹੁਣ ਤੂੰ ਬਾਹਰ ਚਲਾ ਗਿਆ ਤਾਂ ਪੂਰੇ ਖਾਨਦਾਨ ਦੀ ਨੱਕ ਕੱਟ ਜਾਵੇਗੀ। ਅਸੀਂ ਤਾਂ ਚਲੋ ਫਿਰ ਵੀ ਲੜਕੇ ਵਾਲੇ ਹਾਂ। ਆਖਿਰ ਸੋਚੋ ਤਾਂ ਸਹੀ, ਅਨੂ ਦੇ ਦਿਲ ਤੇ ਕੀ ਬੀਤੇਗੀ? ਪਰਿਵਾਰ ਵਾਲੇ ਕੀ ਸੋਚਣਗੇ? ਕਾਰਤਿਕ ਆਪਣੇ ਪਿਤਾ ਜੀ ਨੂੰ ਸਮਝਾਉਂਦਾ ਰਿਹਾ ਕਿ ਮੈਨੂੰ ਜੋ ਸਕਾਲਰਸ਼ਿਪ ਮਿਲੀ ਹੈ ਉਹ 100 ਵਿੱਚੋਂ ਕਿਸੇ ਇੱਕ ਨੂੰ ਮਿਲਦੀ ਹੈ। ਮੈਂ ਤਾਂ ਬਹੁਤ ਖੁਸ਼ ਨਸੀਬ ਹਾਂ ਜੋ ਮੈਨੂੰ ਮੁਫਤ ਪੜ੍ਹਾਈ ਮਿਲ ਰਹੀ ਹੈ। ਇਸ ਯੂਨੀਵਰਸਿਟੀ ਦਾ ਪੂਰੀ ਦੁਨੀਆ ਵਿੱਚ ਨਾਮ ਹੈ। ਜੇ ਮੈਂ ਉੱਥੇ ਪੜ੍ਹ ਲਵਾਂ ਤਾਂ ਮੇਰੀ ਕਿਸੇ ਚੰਗੀ ਜਗ੍ਹਾ ਨੌਕਰੀ ਲੱਗ ਜਾਵੇਗੀ। ਪਰ ਉਦੋਂ ਹੀ ਕਾਰਤਿਕ ਦੀ ਮਾਂ ਰੀਨਾ ਕਮਰੇ 'ਚੋਂ ਬਾਹਰ ਨਿਕਲੀ, ਜੋ 2 ਦਿਨਾਂ ਤੋਂ ਕਾਰਤਿਕ ਦੇ ਨਾਲ ਗੱਲ ਹੀ ਨਹੀਂ ਕਰ ਰਹੀ ਸੀ। ਉਹ ਆਈ ਅਤੇ ਆ ਕੇ ਬੇਟੇ ਦੇ ਸਾਹਮਣੇ ਹੱਥ ਜੋੜ ਦਿੱਤੇ ਅਤੇ ਕਹਿਣ ਲੱਗੀ, ਪੜ੍ਹ ਲਿਖ ਕੇ ਕੀ ਕਰਨਾ ਤੂੰ? ਬਾਪ ਦੀਆਂ ਜ਼ਮੀਨਾਂ ਨੇ ਉਹ ਸੰਭਾਲੋ। ਅਨੂ ਮੇਰੀ ਸਹੇਲੀ ਦੀ ਬੇਟੀ ਹੈ ਤੇ ਮੈਂ ਐਨ ਸਮੇਂ ਤੇ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੀ। ਇਸੇ ਕਰਕੇ ਬਿਹਤਰ ਹੈ ਕਿ ਤੂੰ ਇੱਥੇ ਹੀ ਰਹਿ। ਜੋ ਪੜ੍ਹਨਾ ਹੈ ਪੜ੍ਹ। ਤੇਰਾ ਵਿਆਹ ਇਸੇ ਹਫ਼ਤੇ ਹੋਵੇਗਾ। ਮਾਂ ਤੇ ਬਾਪ ਦਾ ਦਬਾਅ ਦੇਖ ਕੇ ਕਾਰਤਿਕ ਨੂੰ ਮਜਬੂਰਨ ਆਪਣਾ ਸੁਪਨਾ ਤੋੜਨਾ ਪਿਆ। ਉਸ ਰਾਤ ਉਹ ਬਹੁਤ ਰੋਇਆ ਸੀ। ਉਸਨੇ ਕੀ ਸੋਚ ਰੱਖਿਆ ਸੀ, ਪਰ ਉਸਦੇ ਮਾਂ-ਬਾਪ ਉਸਦੇ ਪੈਰਾਂ ਦੀਆਂ ਬੇੜੀਆਂ ਬਣ ਗਏ ਸੀ। ਉਹ ਚੁੱਪਚਾਪ ਸਭ ਕੁਝ ਦੇਖਦਾ ਰਿਹਾ। ਸਾਰਾ ਖਰਚਾ ਉਸ ਸਮੇਂ ਯੂਨੀਵਰਸਿਟੀ ਚੁੱਕ ਰਹੀ ਸੀ, ਪਰ ਜਿਸ ਦਿਨ ਇਸਨੇ ਬਾਹਰ ਜਾਣਾ ਸੀ ਉਸ ਦਿਨ ਇਸ ਦਾ ਵਿਆਹ ਸੀ। ਉਹ ਦੁਲਹਾ ਬਣਿਆ ਵਿਆਹ ਦੇ ਲਈ ਤਿਆਰ ਸੀ। ਬਾਰ-ਬਾਰ ਇਹੀ ਸੋਚ ਰਿਹਾ ਸੀ ਕਿ ਕਾਸ਼ ਉਹ ਅੱਜ ਬਾਹਰ ਚਲਾ ਜਾਂਦਾ। ਬਰਾਤ ਲੈ ਕੇ ਜਿੱਦਾਂ ਹੀ ਉਹ ਦੁਲਹਨ ਦੇ ਘਰ ਪਹੁੰਚੇ ਕਿ ਜੋ ਖਬਰ ਇਹਨਾਂ ਨੂੰ ਮਿਲੀ ਉਹ ਸੁਣ ਕੇ ਸਾਰਿਆਂ ਦੇ ਸਿਰ ਸ਼ਰਮ ਨਾਲ ਝੁਕ ਗਏ। ਅਨੂ ਘਰੋਂ ਭੱਜ ਗਈ ਸੀ। ਦਰਅਸਲ ਉਸ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਕੀਤਾ ਜਾ ਰਿਹਾ ਸੀ। ਉਹ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਅਤੇ ਐਨ ਵਿਆਹ ਦੇ ਸਮੇਂ
ਉਸ ਦਾ ਭੱਜ ਜਾਣਾ ਕਾਰਤਿਕ ਦਾ ਪਾਰਾ ਹਾਈ ਕਰ ਰਿਹਾ ਸੀ। ਉਸਨੇ ਗੁੱਸੇ ਨਾਲ ਲਾਲ ਅੱਖਾਂ ਨਾਲ ਪਲਟ ਕੇ ਆਪਣੇ ਮਾਂ-ਬਾਪ ਵੱਲ ਦੇਖਿਆ। ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਸੀ ਅਤੇ ਗੁੱਸੇ ਵਿੱਚ ਉੱਥੋਂ ਵਾਪਸ ਆ ਗਿਆ। ਉਸ ਦੇ ਮਾਂ-ਬਾਪ ਵੀ ਖਾਮੋਸ਼ ਹੋ ਚੁੱਕੇ ਸੀ। ਪੂਰੇ ਪਿੰਡ ਵਿੱਚ ਖਬਰ ਫੈਲ ਗਈ ਸੀ ਕਿ ਕਾਰਤਿਕ ਦੀ ਦੁਲਹਨ ਭੱਜ ਗਈ ਹੈ। ਵਿਚਾਰਾ ਦੁਲਹਨ ਤੋਂ ਬਿਨਾਂ ਹੀ ਘਰ ਆ ਗਿਆ। ਜਦੋਂ ਉਸਦੇ ਮਾਂ-ਬਾਪ ਘਰ ਆਏ ਤਾਂ ਬੇਟੇ ਦੇ ਸਾਹਮਣੇ ਸ਼ਰਮਿੰਦਾ ਜਿਹੇ ਸੀ। ਹੁਣ ਉਹ ਇਹੀ ਸੋਚ ਰਹੇ ਸੀ ਕਿ ਕਾਸ਼ ਉਹ ਪਹਿਲਾਂ ਹੀ ਵਿਆਹ ਤੋਂ ਮਨਾ ਕਰ ਦਿੰਦੇ ਅਤੇ ਬੇਟੇ ਨੂੰ ਬਾਹਰ ਭੇਜ ਦਿੰਦੇ। ਮਾਂ-ਬਾਪ ਤਾਂ ਚੁੱਪ ਹੀ ਹੋ ਗਏ ਸੀ, ਜਦਕਿ ਛੋਟਾ ਭਰਾ ਉੱਥੇ ਹੀ ਹੱਸ-ਹੱਸ ਕੇ ਲੋਟ-ਪੋਟ ਹੋ ਰਿਹਾ ਸੀ। ਕਹਿਣ ਲੱਗਾ, ਦੇਖਿਆ ਤੁਸੀਂ ਵੱਡੇ ਭਰਾ ਦੀ ਗੱਲ ਨਹੀਂ ਮੰਨੀ ਅਤੇ ਇਸ ਦੇ ਨਾਲ ਜ਼ਬਰਦਸਤੀ ਕਰ ਰਹੇ ਸੀ। ਇਸੇ ਕਰਕੇ ਰੱਬ ਨੇ ਤੁਹਾਨੂੰ ਇਹ ਸਜ਼ਾ ਦਿੱਤੀ ਹੈ। ਵਿਚਾਰੇ ਭਰਾ ਦੀ ਤਾਂ ਦੁਲਹਨ ਵੀ ਭੱਜ ਗਈ। ਜਦਕਿ ਕਾਰਤਿਕ ਉਸ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਹੋ ਰਿਹਾ ਸੀ। ਮਾਂ-ਬਾਪ ਉਸ ਦੇ ਕੋਲ ਆਏ ਅਤੇ ਬੋਲੇ, ਜੋ ਹੋਣਾ ਸੀ ਹੋ ਗਿਆ। ਸਾਡੇ ਕੋਲੋਂ ਵੀ ਗਲਤੀ ਹੋ ਗਈ, ਪਰ ਜੇ ਹੁਣ ਤੂੰ ਚਾਹੇ ਤਾਂ ਦੂਸਰੇ ਦੇ ਪੜ੍ਹਨ ਦੇ ਲਈ ਜਾ ਸਕਦਾ ਏਂ। ਕਾਰਤਿਕ ਕੋਲੋਂ ਸਾਰਾ ਕੁਝ ਬਰਦਾਸ਼ਤ ਨਾ ਹੋਇਆ ਤਾਂ ਸਾਰਾ ਗੁੱਸਾ ਆਪਣੇ ਮਾਂ-ਬਾਪ ਤੇ ਕੱਢ ਦਿੱਤਾ। ਕਹਿਣ ਲੱਗਾ, ਕਿੰਨੇ ਚਾਵਾਂ ਨਾਲ ਮੈਂ ਖੁਆਬ ਸਜਾਏ ਸੀ। ਸੋਚਿਆ ਸੀ ਕਿ ਤੁਹਾਨੂੰ ਵੀ ਇਸ ਗਰੀਬੀ ਵਿੱਚੋਂ ਬਾਹਰ ਕੱਢਾਂਗਾ ਅਤੇ ਮੁਫਤ ਪੜ੍ਹਾਈ ਹਾਸਲ ਕਰਕੇ ਖੂਬ ਨਾਮ ਕਮਾਵਾਂਗਾ, ਪਰ ਤੁਸੀਂ ਤਾਂ ਮੇਰੇ ਸਾਰੇ ਸੁਪਨੇ ਹੀ ਚਕਨਾਚੂਰ ਕਰਕੇ ਰੱਖ ਦਿੱਤੇ ਉਸ ਅਨੂ ਦੀ ਖਾਤਰ, ਜੋ ਅੱਜ ਮੇਰੇ ਮੂੰਹ ਤੇ ਕਾਲਖ ਮਲ ਕੇ ਚਲੀ ਗਈ। ਬਾਪ ਨੇ ਬੇਟੇ ਨੂੰ ਰੋਂਦਾ ਦੇਖਿਆ ਤਾਂ ਉਸ ਦਾ ਦਿਲ ਫਟ ਗਿਆ। ਮਾਂ-ਬਾਪ ਵੀ ਰੋਣ ਲੱਗ ਪਏ ਅਤੇ ਬੋਲੇ, ਤੂੰ ਫਿਕਰ ਨਾ ਕਰ, ਤੇਰਾ ਉੱਥੇ ਦਾਖਲਾ ਤਾਂ ਹੋ ਚੁੱਕਿਆ ਹੈ ਨਾ। ਕੀ ਹੋਇਆ ਜੇ ਯੂਨੀਵਰਸਿਟੀ ਤੇਰਾ ਹੁਣ ਖਰਚਾ ਨਹੀਂ ਚੱਕੇਗੀ? ਮੈਂ ਆਪਣੀ ਜ਼ਮੀਨ ਵੇਚ ਕੇ ਤੈਨੂੰ ਬਾਹਰ ਦੇ ਮੁਲਕ ਭੇਜਾਂਗਾ ਤੇ ਤੇਰੇ ਸਾਰੇ ਖਰਚੇ ਚੱਕਾਂਗਾ। ਕਾਰਤਿਕ ਨੇ ਇਹ ਸੁਣਿਆ ਤਾਂ ਰੋਣ ਲੱਗ ਪਿਆ, ਪਰ ਹੁਣ ਜਦੋਂ ਮਾਂ-ਬਾਪ ਦੀ ਮਰਜ਼ੀ ਸੀ, ਇਸ ਕਰਕੇ ਕੁਝ ਹੀ ਦਿਨਾਂ ਵਿੱਚ ਉਸਦੇ ਬਾਪ ਨੇ ਜ਼ਮੀਨ ਵੇਚ ਦਿੱਤੀ ਅਤੇ ਪੜ੍ਹਾਈ ਦੇ ਲਈ ਦੂਸਰੇ ਦੇਸ਼ ਭੇਜ ਦਿੱਤਾ। ਛੋਟੇ ਭਰਾ ਨੇ ਜਦੋਂ ਇਹ ਦੇਖਿਆ ਤਾਂ ਅੰਦਰ ਹੀ ਅੰਦਰ ਸੜਨ ਲੱਗ ਪਿਆ ਅਤੇ ਮਾਂ-ਬਾਪ ਨੂੰ ਮਨਾ ਕਰਨ ਲੱਗ ਪਿਆ ਕਿ ਐਦਾਂ ਨਾ ਕਰੋ। ਭਲਾ ਪੜ੍ਹਾਈ ਦੇ ਲਈ ਇੰਨਾ ਖਰਚਾ ਕਰਨ ਦੀ ਕੀ ਜ਼ਰੂਰਤ ਹੈ? ਇਸ ਜ਼ਮੀਨ 'ਤੇ ਅਸੀਂ ਫਸਲ ਉਗਾ ਕੇ ਪੈਸੇ ਕਮਾ ਲੈਂਦੇ। ਪਰ ਬਾਪ ਨੇ ਬੇਟੇ ਦੀ ਇੱਕ ਨਾ ਸੁਣੀ। ਵੱਡੇ ਬੇਟੇ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਉਹ ਹਰ ਕਲਾਸ ਵਿੱਚ ਪਹਿਲੇ ਨੰਬਰ 'ਤੇ ਆ ਰਿਹਾ ਸੀ, ਜਦਕਿ ਛੋਟਾ ਬੇਟਾ ਨਿਕੰਮਾ ਸੀ। ਉਸਨੇ ਤਾਂ ਸਿਰਫ 5 ਹੀ ਕਲਾਸਾਂ ਪੜ੍ਹੀਆਂ ਸੀ ਅਤੇ ਫਿਰ ਆਪਣੇ ਬਾਪ ਨਾਲ ਖੇਤਾਂ ਦੇ ਕੰਮਾਂ ਵਿੱਚ ਲੱਗ ਗਿਆ ਸੀ। ਉਸ ਨੂੰ ਪੜ੍ਹਾਈ ਤੋਂ ਜ਼ਿਆਦਾ ਇੱਕ ਮਿਹਨਤ ਮਜ਼ਦੂਰੀ ਦਾ ਕੰਮ ਆਸਾਨ ਲੱਗਦਾ ਸੀ। ਉੱਥੇ ਹੀ ਕਾਰਤਿਕ ਦੇ ਜਾਣ ਤੋਂ ਬਾਅਦ ਅਨੂ ਨੂੰ ਵੀ ਲੱਭ ਲਿਆ ਗਿਆ। ਉਹ ਜਿਸ ਲੜਕੇ ਨਾਲ ਭੱਜ ਕੇ ਗਈ ਸੀ ਉਹ ਵੀ ਫਰਾਡ ਨਿਕਲਿਆ। ਉਸਨੇ ਅਨੂ ਕੋਲੋਂ ਸਾਰੇ ਗਹਿਣੇ ਵਗੈਰਾ ਲੈ ਕੇ ਇਸ ਨੂੰ ਛੱਡ ਦਿੱਤਾ। ਰੋਂਦੀ ਪਿੱਟਦੀ ਮਾਂ-ਬਾਪ ਦੇ ਦਰ ਤੇ ਆਈ ਤਾਂ ਮਾਂ-ਬਾਪ ਇਸ ਦਾ ਗਲਾ ਦਬਾਉਣ ਤੱਕ ਗਏ, ਪਰ ਪਿੰਡ ਦੀ ਇੱਜ਼ਤ ਸੀ। ਵੱਡੇ ਲੋਕਾਂ ਨੇ ਸਮਝਾਇਆ ਤਾਂ ਉਸ ਨੂੰ ਮਾਫ਼ ਕਰ ਦਿੱਤਾ ਗਿਆ ਅਤੇ ਅਨੂ ਆਪਣੇ ਮਾਂ-ਬਾਪ ਦੇ ਘਰ ਹੀ ਰਹਿਣ ਲੱਗ ਪਈ। ਅਨੂ ਦੇ ਮਾਂ-ਬਾਪ ਇੱਕ ਵਾਰ ਫਿਰ ਤੋਂ ਸਵਾਲੀਆ ਨਜ਼ਰ ਨਾਲ ਕਾਰਤਿਕ ਅਤੇ ਵਿੱਕੀ ਦੇ ਵੱਲ ਦੇਖ ਰਹੇ ਸੀ ਕਿ ਸ਼ਾਇਦ ਉਹ ਉਹਨਾਂ ਦੀ ਬੇਟੀ ਨੂੰ ਅਪਣਾ ਲੈਣ, ਪਰ ਉਹ ਨਾ ਮੰਨੇ। ਫਿਰ ਇੱਕ ਵਾਰ ਅਨੂ ਦੀ ਮਾਂ ਨੇ ਕਾਰਤਿਕ ਦੇ ਮਾਂ-ਬਾਪ ਦੇ ਅੱਗੇ ਹੱਥ ਜੋੜ ਦਿੱਤੇ ਕਿ ਸਾਡੀ ਬੇਟੀ ਨੂੰ ਅਪਣਾ ਲਓ, ਪਰ ਕਾਰਤਿਕ ਦੇ ਪਿਤਾ ਜੀ ਬੋਲੇ ਕਿ ਅਸੀਂ ਤੁਹਾਡੀ ਵੱਡੀ ਬੇਟੀ ਦਾ ਰਿਸ਼ਤਾ ਨਹੀਂ ਕਰ ਸਕਦੇ, ਕਿਉਂਕਿ ਸਾਡਾ ਵੱਡਾ ਬੇਟਾ ਹੁਣ ਦੂਸਰੇ ਦੇਸ਼ ਵਿੱਚ ਜਾ ਚੁੱਕਿਆ ਹੈ। ਅਸੀਂ ਉਸ ਦੀ ਮਰਜ਼ੀ ਦੇ ਖਿਲਾਫ ਕੁਝ ਵੀ ਨਹੀਂ ਕਰਾਂਗੇ। ਹਾਂ, ਤੁਹਾਡੀ ਛੋਟੀ ਬੇਟੀ ਦਾ ਆਪਣੇ ਬੇਟੇ ਵਿੱਕੀ ਦੇ ਲਈ ਜ਼ਰੂਰ ਕਬੂਲ ਕਰਾਂਗੇ। ਉਹਨਾਂ ਨੇ ਅਨੂ ਦੀ ਛੋਟੀ ਭੈਣ ਅਨੀਤਾ ਨੂੰ ਵਿੱਕੀ ਦੇ ਲਈ ਪਸੰਦ ਕਰ ਲਿਆ। ਜ਼ਮੀਨ ਤਾਂ ਵਿਕ ਚੁੱਕੀ ਸੀ, ਇਸ ਕਰਕੇ ਆਮਦਨੀ ਉਹੀ ਸੀ ਜੋ ਹੁਣ ਮੀਤ ਅਤੇ ਵਿੱਕੀ ਕਮਾਉਂਦੇ ਸੀ। ਉਹਨਾਂ ਨੇ ਛੋਟੇ ਬੇਟੇ ਦਾ ਵਿਆਹ ਬਹੁਤ ਹੀ ਸਾਦਗੀ ਨਾਲ ਕੀਤਾ ਸੀ। ਇਹ ਗੱਲ ਵੀ ਵਿੱਕੀ ਨੂੰ ਬਹੁਤ ਚੁਭੀ ਸੀ। ਉਸਨੇ ਸੋਚ ਰੱਖਿਆ ਸੀ ਕਿ ਆਪਣਾ ਵਿਆਹ ਧੂਮ-ਧਾਮ ਨਾਲ ਕਰਾਂਗਾ, ਪਰ ਹਾਲਾਤ ਦੇ ਅੱਗੇ ਮਜਬੂਰ ਸੀ। ਇਸ ਦਾ ਕਸੂਰਵਾਰ ਵੀ ਉਹ ਆਪਣੇ ਵੱਡੇ ਭਰਾ ਕਾਰਤਿਕ ਨੂੰ ਹੀ ਮੰਨਦਾ ਸੀ। ਵਿਆਹ ਵਾਲੇ ਦਿਨ ਮਾਂ-ਬਾਪ ਨਾਲ ਲੜਨ ਲੱਗ ਪਿਆ ਕਿ ਤੁਸੀਂ ਮੇਰੇ ਨਾਲ ਚੰਗਾ ਨਹੀਂ ਕੀਤਾ, ਹਮੇਸ਼ਾ ਵੱਡੇ ਭਰਾ ਨੂੰ ਮੇਰੇ ਉੱਪਰ ਰੱਖਿਆ, ਸਾਰੇ ਪੈਸੇ ਉਹਦੇ ਉੱਪਰ ਹੀ ਖਰਚ ਦਿੱਤੇ ਅਤੇ ਮੇਰਾ ਵਿਆਹ ਸਾਦਗੀ ਨਾਲ ਕਰ ਰਹੇ ਹੋ, ਜਿੱਦਾਂ ਵਿਆਹ ਨਹੀਂ ਕੋਈ ਸੋਗ ਹੋਵੇ। ਮਾਂ-ਬਾਪ ਵੀ ਖਾਮੋਸ਼ ਹੋ ਗਏ। ਅਨੀਤਾ ਵਿਆਹ ਕੇ ਇਸ ਦੇ ਘਰ ਆਈ ਤਾਂ ਉਹ ਬਹੁਤ ਨਕਚੜੀ ਲੜਕੀ ਸੀ। ਉਸਨੇ ਆਉਂਦੇ ਹੀ ਵਿੱਕੀ ਨੂੰ ਆਪਣੇ ਕਾਬੂ ਵਿੱਚ ਕਰ ਲਿਆ। ਉਸ ਨੂੰ ਤਾਂ ਇਹ ਗੱਲ ਅੰਦਰੋਂ ਹੀ ਅੰਦਰ ਖਾ ਚੁੱਕੀ ਸੀ ਕਿ ਆਖਿਰ ਕਾਰਤਿਕ ਨੇ ਕਿਉਂ ਇਸ ਦੀ ਵੱਡੀ ਭੈਣ ਨਾਲ ਵਿਆਹ ਨਹੀਂ ਕੀਤਾ। ਤੁਰੰਤ ਬਾਹਰ ਭੱਜ ਗਿਆ ਤੇ ਦੂਸਰੀ ਗੱਲ ਇਸ ਦਾ ਲਾਲਚੀ ਮਿਜਾਜ ਸੀ। ਜਦੋਂ ਉਸ ਨੂੰ ਇਹ ਖਬਰ ਹੋਈ ਕਿ ਸਾਰੀ ਜ਼ਮੀਨ ਵੇਚ ਕੇ ਕਾਰਤਿਕ ਨੂੰ ਬਾਹਰ ਭੇਜ ਦਿੱਤਾ ਹੈ ਤਾਂ ਇਸ ਦਾ ਗੁੱਸਾ 7ਵੇਂ ਅਸਮਾਨ ਤੇ ਸੀ। ਵਿੱਕੀ ਵੀ ਮਾਂ-ਬਾਪ ਦੇ ਖਿਲਾਫ ਸੀ। ਅਕਸਰ ਆਪਣੀ ਪਤਨੀ ਦੇ ਕੋਲ ਬੈਠਾ ਮਾਂ-ਬਾਪ ਦੀਆਂ ਬੁਰਾਈਆਂ ਕਰਦਾ ਰਹਿੰਦਾ ਅਤੇ ਕਹਿੰਦਾ,
ਕਿ ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਹਰ ਵਾਰ ਮੇਰੇ ਵੱਡੇ ਭਰਾ ਨੂੰ ਅਹਿਮੀਅਤ ਦਿੱਤੀ। ਜਦੋਂ ਦੋਨੋਂ ਹੀ ਪਤੀ ਪਤਨੀ ਜਹਿਲਾਣਾ ਮਿਜ਼ਾਜ ਦੇ ਹੋ ਜਾਣ ਤਾਂ ਘਰ ਦਾ ਸਕੂਨ ਵੈਸੇ ਹੀ ਬਰਬਾਦ ਹੋ ਜਾਂਦਾ ਹੈ। ਮਾਂ-ਬਾਪ ਬੁੱਢੇ ਹੋ ਚੁੱਕੇ ਸੀ ਅਤੇ ਕਾਰਤਿਕ ਨੂੰ ਵੀ ਬਾਹਰ ਗਏ ਨੂੰ ਸਾਲ ਹੋ ਚੁੱਕਿਆ ਸੀ। ਉਹ ਇੱਕ ਵਾਰ ਵੀ ਪਲਟ ਕੇ ਵਾਪਸ ਇੰਡੀਆ ਨਹੀਂ ਆਇਆ ਸੀ, ਨਾ ਹੀ ਫੋਨ ਕਾਲ ਕੀਤੀ ਸੀ। ਇੱਕ ਦੋ ਵਾਰ ਜਦੋਂ ਗਵਾਂਢੀਆਂ ਦਾ ਫੋਨ ਲੈ ਕੇ ਗੱਲ ਹੋਈ ਸੀ, ਉਦੋਂ ਵੀ ਸਿਗਨਲ ਨਾ ਹੋਣ ਦੀ ਵਜ੍ਹਾ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਹੋਈ ਸੀ। ਹੌਲੀ-ਹੌਲੀ ਮਾਂ ਬੇਟੇ ਦੇ ਵੱਲੋਂ ਪਰੇਸ਼ਾਨ ਰਹਿਣ ਲੱਗ ਪਈ। ਛੋਟਾ ਬੇਟਾ ਜਦੋਂ ਆਪਣੇ ਮਾਂ-ਬਾਪ ਨੂੰ ਪਰੇਸ਼ਾਨ ਦੇਖਦਾ ਤਾਂ ਕਹਿੰਦਾ, ਕਿਸ ਨੇ ਕਿਹਾ ਸੀ ਉਸ ਨੂੰ ਬਾਹਰ ਭੇਜੋ? ਸਾਰੀ ਜ਼ਮੀਨ ਵੇਚ ਕੇ ਉਸ ਨੂੰ ਪੜ੍ਹਨ ਦੇ ਲਈ ਬਾਹਰ ਭੇਜ ਦਿੱਤਾ। ਹੁਣ ਕੀ ਆਇਆ ਤੁਹਾਡੇ ਹੱਥ? 1 ਸਾਲ ਹੋ ਚੁੱਕਿਆ ਹੈ। ਘਰ ਦੇ ਖਰਚੇ ਚੁੱਕਣ ਦੇ ਲਈ ਸਾਨੂੰ ਕਰਜ਼ਾ ਲੈਣਾ ਪੈ ਰਿਹਾ ਹੈ। ਜੇਕਰ ਜ਼ਮੀਨ ਹੁੰਦੀ ਤਾਂ ਚਲੋ ਘਰ ਦਾ ਖਰਚਾ ਨਿਕਲ ਜਾਂਦਾ। ਉਹ ਤਾਂ ਉੱਥੇ ਜਾ ਕੇ ਤੁਹਾਨੂੰ ਭੁੱਲ ਹੀ ਗਿਆ ਹੈ। ਉੱਥੇ ਗੋਰੀਆਂ-ਗੋਰੀਆਂ ਲੜਕੀਆਂ ਨੂੰ ਦੇਖ ਕੇ ਉਹਨਾਂ 'ਤੇ ਫਿਦਾ ਹੋ ਚੁੱਕਿਆ ਹੋਣਾ। ਮੈਨੂੰ ਤਾਂ ਲੱਗਦਾ ਹੈ ਵਿਆਹ ਕਰਕੇ ਬੱਚੇ ਪੈਦਾ ਕਰ ਲਏ ਹੋਣੇ। ਹੁਣ ਉਹ ਭਲਾ ਕਿੱਥੇ ਵਾਪਸ ਆਵੇਗਾ? ਹੁਣ ਤਾਂ ਉਹ ਕਦੀ ਵੀ ਵਾਪਸ ਨਹੀਂ ਆਵੇਗਾ। ਇੱਦਾਂ ਦੀਆਂ ਗੱਲਾਂ ਸੁਣ ਕੇ ਮੀਤ ਅਤੇ ਰੀਨਾ ਹੋਰ ਪਰੇਸ਼ਾਨ ਹੋ ਜਾਂਦੇ ਅਤੇ ਇਕੱਲੇ ਬੈਠ ਕੇ ਰੋਂਦੇ ਰਹਿੰਦੇ ਕਿ ਸਾਡਾ ਵੱਡਾ ਬੇਟਾ ਸਾਨੂੰ ਭੁੱਲ ਗਿਆ। ਉਸਦੇ ਮਾਂ-ਬਾਪ ਇਸੇ ਗਮ ਵਿੱਚ ਬਿਮਾਰ ਰਹਿਣ ਲੱਗ ਪਏ। ਬੁੱਢੇ ਤਾਂ ਪਹਿਲਾਂ ਹੀ ਹੋ ਚੁੱਕੇ ਸੀ। ਇਹਨਾਂ ਨੂੰ ਬਿਮਾਰ ਅਤੇ ਲਾਚਾਰ ਦੇਖ ਕੇ ਇਹਨਾਂ ਦੀ ਨੂੰਹ ਨੇ ਪੂਰੇ ਘਰ 'ਤੇ ਕਬਜ਼ਾ ਜਮਾ ਲਿਆ ਸੀ। ਵਿੱਕੀ ਜੋ ਵੀ ਕਮਾ ਕੇ ਲਿਆਉਂਦਾ ਸੀ, ਸਾਰੀ ਕਮਾਈ ਪਤਨੀ ਦੇ ਹੱਥਾਂ 'ਤੇ ਰੱਖਦਾ ਸੀ ਅਤੇ ਉਹ ਇਸ ਘਰ ਨੂੰ ਚਲਾਉਣ ਲੱਗ ਪਈ। ਰੀਨਾ ਵੀ ਕੋਈ ਤੇਜ਼ ਤਰਾਰ ਸੱਸ ਨਹੀਂ ਸੀ, ਬਲਕਿ ਮਾਸੂਮ ਅਤੇ ਭੋਲੀ-ਭਾਲੀ ਜਿਹੀ ਔਰਤ ਸੀ, ਜਿਸਨੇ ਕਦੀ ਵੀ ਕਿਸੇ ਨਾਲ ਉੱਚੀ ਆਵਾਜ਼ ਵਿੱਚ ਗੱਲ ਤੱਕ ਨਹੀਂ ਕੀਤੀ ਸੀ। ਜਦੋਂ ਵੀ ਕੋਈ ਫੋਨ ਆਉਂਦਾ ਤਾਂ ਕਹਿੰਦੀ, ਦੇਖਣਾ ਕਿਤੇ ਮੇਰੇ ਕਾਰਤਿਕ ਦਾ ਤਾਂ ਨਹੀਂ ਫੋਨ? ਜਰਾ ਕਿਸੇ ਤੋਂ ਪਤਾ ਤਾਂ ਕਰੋ ਕਿ ਤੇਰਾ ਭਰਾ ਕਿੱਥੇ ਹੈ। ਇੰਨੇ ਸਾਲ ਹੋ ਗਏ, ਉਹ ਅਜੇ ਤੱਕ ਵਾਪਸ ਕਿਉਂ ਨਹੀਂ ਆਇਆ? ਪਰ ਵਿੱਕੀ ਹਰ ਵਾਰ ਮਾਂ-ਬਾਪ ਦਾ ਮਜ਼ਾਕ ਉਡਾ ਕੇ ਕਹਿੰਦਾ ਕਿ ਹੁਣ ਉਹ ਕਦੀ ਵਾਪਸ ਨਹੀਂ ਆਵੇਗਾ, ਤੁਹਾਨੂੰ ਤਾਂ ਉਹ ਬੇਵਕੂਫ ਬਣਾ ਕੇ ਚਲਾ ਗਿਆ। ਮਾਂ ਵੀ ਬਾਰ-ਬਾਰ ਇਹ ਗੱਲਾਂ ਸੁਣ ਕੇ ਇਹਨਾਂ ਗੱਲਾਂ 'ਤੇ ਯਕੀਨ ਕਰਨ ਲੱਗ ਪਈ ਸੀ ਕਿ ਕਾਰਤਿਕ ਨੇ ਪੱਕਾ ਉੱਥੇ ਵਿਆਹ ਕਰਵਾ ਲਿਆ ਹੋਣਾ ਅਤੇ ਆਪਣੇ ਬਾਲ ਬੱਚਿਆਂ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹੋਣਾ। ਇਹ ਸੋਚ ਕੇ ਉਸ ਦੀ ਮਾਂ ਦਿਲ ਵਿੱਚ ਬੇਟੇ ਨੂੰ ਦੁਆਵਾਂ ਦਿੰਦੀ ਰਹਿੰਦੀ ਅਤੇ ਰੋਂਦੀ ਵੀ ਕਿ ਯਕੀਨ ਹੀ ਨਹੀਂ ਆਉਂਦਾ ਕਿ ਮੇਰਾ ਬੇਟਾ ਮੇਰੇ ਨਾਲ ਐਦਾਂ ਧੋਖਾ ਵੀ ਕਰ ਸਕਦਾ ਹੈ। ਹੌਲੀ-ਹੌਲੀ ਅਨੀਤਾ ਦਾ ਰਵੱਈਆ ਬਹੁਤ ਮਾੜਾ ਹੁੰਦਾ ਗਿਆ। ਉਹ ਤਾਂ ਖਾਣ-ਪੀਣ ਦੇ ਮਾਮਲੇ ਵਿੱਚ ਵੀ ਕੰਜੂਸੀ ਕਰਨ ਲੱਗ ਪਈ। ਖਾਣਾ ਖਾਣ ਦਾ ਸਮਾਂ ਹੁੰਦਾ ਤਾਂ ਉਹ ਆਪਣਾ ਤੇ ਵਿੱਕੀ ਦਾ ਖਾਣਾ ਬਣਾ ਲੈਂਦੀ, ਪਰ ਬੁੱਢੇ ਸੱਸ ਸਹੁਰੇ ਨੂੰ ਖਾਣਾ ਤੱਕ ਨਾ ਦਿੰਦੀ। ਕਹਿ ਦਿੰਦੀ ਕਿ ਇੰਨਾ ਹੀ ਬਣਿਆ ਸੀ ਜੋ ਮੈਂ ਤੇ ਵਿੱਕੀ ਨੇ ਖਾ ਲਿਆ। ਬੁੱਢੇ ਮਾਂ-ਬਾਪ ਕਹਿੰਦੇ ਕਿ ਕੁਝ ਸਾਡੇ ਲਈ ਵੀ ਬਣਾ ਦਿੰਦੀ, ਸਵੇਰ ਤੋਂ ਭੁੱਖੇ ਹਾਂ। ਤਾਂ ਉਹ ਕਹਿੰਦੀ ਕਿ ਜਾ ਕੇ ਉਸ ਬੇਟੀ ਤੋਂ ਮੰਗੋ ਜਿਸਨੇ ਤੁਹਾਡੀ ਜਾਇਦਾਦ ਹੜੱਪ ਲਈ ਹੈ ਅਤੇ ਹੁਣ ਦੂਸਰੇ ਦੇਸ਼ ਜਾ ਕੇ ਬੈਠਾ ਹੈ। ਬਾਰ-ਬਾਰ ਤਾਨੇ ਸੁਣ ਕੇ ਦੋਨੋਂ ਚੁੱਪ ਰਹਿਣ ਲੱਗ ਪਏ ਸੀ। ਮੀਤ ਨੇ ਫੈਸਲਾ ਕੀਤਾ ਕਿ ਉਹ ਖੁਦ ਹੀ ਕੁਝ ਮਿਹਨਤ ਮਜ਼ਦੂਰੀ ਕਰਕੇ ਕੁਝ ਕਮਾ ਲਿਆਇਆ ਕਰੇਗਾ। ਅਗਲੇ ਦਿਨ ਮਜ਼ਦੂਰੀ ਕਰਨ ਦੇ ਲਈ ਘਰੋਂ ਨਿਕਲ ਗਿਆ ਅਤੇ ਉਸਦੀ ਤਬੀਅਤ ਇਸ ਕਦਰ ਖਰਾਬ ਸੀ ਕਿ ਉਹ ਕੰਮ ਕਰ ਹੀ ਨਹੀਂ ਸਕਿਆ। ਥੋੜ੍ਹੀ ਦੇਰ ਕਰਦਾ ਤਾਂ ਗਰਮੀ ਦੀ ਵਜ੍ਹਾ ਨਾਲ ਬੈਠ ਜਾਂਦਾ। ਉਸ ਦਾ ਸਾਹ ਫੁੱਲਣ ਲੱਗ ਪਿਆ ਸੀ। ਉਹ ਸਿਰਫ 2-3 ਘੰਟੇ ਹੀ ਕੰਮ ਕਰ ਪਾਇਆ ਸੀ। ਗਰਮੀ ਇਸ ਕਦਰ ਸੀ ਕਿ ਉਹ ਉੱਥੇ ਹੀ ਬੇਹੋਸ਼ ਹੋ ਗਿਆ ਅਤੇ ਹਸਪੀਟਲ ਲੈ ਕੇ ਜਾਣਾ ਪਿਆ। ਵਿੱਕੀ ਨੂੰ ਵੀ ਫੋਨ ਕਰਕੇ ਦੱਸਿਆ ਕਿ ਤੁਹਾਡੇ ਪਿਤਾ ਜੀ ਹਸਪੀਟਲ ਹਨ, ਪਰ ਉਸਨੇ ਉੱਥੇ ਜਾਣਾ ਜ਼ਰੂਰੀ ਹੀ ਨਹੀਂ ਸਮਝਿਆ। ਆਖਿਰ ਮਜ਼ਦੂਰ ਹੀ ਮੀਤ ਨੂੰ ਘਰ ਤੱਕ ਛੱਡਣ ਆ ਗਏ। ਰੀਨਾ ਨੇ ਪਤੀ ਦੀ ਹਾਲਤ ਦੇਖੀ ਤਾਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਕਹਿਣ ਲੱਗੀ, ਰੱਬ ਆਪੇ ਸਾਡੇ ਰਿਜ਼ਕ ਦਾ ਬੰਦੋਬਸਤ ਕਰ ਦੇਵੇਗਾ, ਤੁਸੀਂ ਖੁਦ ਨੂੰ ਮੁਸੀਬਤ ਵਿੱਚ ਨਾ ਪਾਓ। ਕੁਝ ਦਿਨ ਗੁਜ਼ਰੇ ਤਾਂ ਮੀਤ ਕਹਿਣ ਲੱਗਾ ਕਿ ਮੈਂ ਆਪਣੇ ਲਈ ਕੋਈ ਆਸਾਨ ਜਿਹਾ ਕੰਮ ਦੇਖਦਾ ਹਾਂ, ਹੁਣ ਆਪਣੇ ਬੇਟੇ ਦਾ ਅਹਿਸਾਨ ਨਹੀਂ ਲਵਾਂਗਾ। ਇੰਨਾ ਕਹਿ ਕੇ ਉਹ ਘਰੋਂ ਨਿਕਲ ਗਿਆ। ਇਸ ਵਾਰ ਇਸਨੇ ਇੱਕ ਕਸਾਈ ਦੀ ਦੁਕਾਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਹੱਥਾਂ ਵਿੱਚ ਜ਼ਖਮ ਪੈ ਗਏ ਸੀ। ਉਹ ਕੋਈ ਵੀ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦਾ ਸੀ। ਉਸ ਦੇ ਹੱਥ ਕੰਬਦੇ ਸੀ, ਪਰ ਫਿਰ ਵੀ ਕਸਾਈ ਇਸ ਨੂੰ ਮੀਟ ਵੱਢਣ ਦਾ ਕੰਮ ਦਿੰਦਾ। ਉਹ ਜੋ ਵੀ ਮੀਟ ਵੱਢਦਾ ਉਸਦੀ ਚਰਬੀ ਨੂੰ ਅਲੱਗ ਕਰ ਦਿੰਦਾ। ਕਸਾਈ ਜੋ ਚਰਬੀ ਸੁੱਟਣ ਲਈ ਕੱਢਦਾ, ਮੀਤ ਬਹਾਨੇ ਨਾਲ ਉਹੀ ਇੱਕ ਲਿਫਾਫੇ ਵਿੱਚ ਪਾ ਕੇ ਰੱਖ ਲੈਂਦਾ ਅਤੇ ਫਿਰ ਘਰ ਆ ਕੇ ਬਣਾ ਕੇ ਖੁਦ ਵੀ ਖਾਂਦਾ ਤੇ ਆਪਣੀ ਪਤਨੀ ਨੂੰ ਵੀ ਖਿਲਾਉਂਦਾ। ਉਹ ਚਰਬੀ ਖਾਧੀ ਨਹੀਂ ਜਾਂਦੀ ਸੀ, ਪਰ ਢਿੱਡ ਭਰਨ ਦੀ ਖਾਤਰ ਖਾਣਾ ਤਾਂ ਪੈਂਦਾ ਸੀ। ਬੇਟਾ ਜਦੋਂ ਮਾਂ-ਬਾਪ ਨੂੰ ਚਰਬੀ ਵਾਲਾ ਖਾਣਾ ਖਾਂਦਾ ਦੇਖਦਾ ਤਾਂ ਉਲਟੀਆਂ ਕਰਨ ਲੱਗ ਪੈਂਦਾ ਤੇ ਕਹਿੰਦਾ, ਇਹ ਕੀ ਗੰਦਗੀ ਖਾ ਰਹੇ ਹੋ? ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਕਿ ਇਹ ਸਭ ਤੁਹਾਡੇ ਹਲਕ ਵਿੱਚੋਂ ਉੱਤਰ ਕਿੱਦਾਂ ਰਿਹਾ। ਪਰ ਮਾਂ-ਬਾਪ ਖਾਮੋਸ਼ੀ ਨਾਲ ਖਾਂਦੇ ਰਹਿੰਦੇ। 3 ਸਾਲ ਗੁਜ਼ਰ ਚੁੱਕੇ ਸੀ, ਪਰ ਕਾਰਤਿਕ ਦੀ ਕੋਈ ਖਬਰ ਨਹੀਂ ਸੀ। ਸਿਆਲ ਦਾ ਮੌਸਮ ਸੀ। ਜੋ ਕੰਬਲ ਅਤੇ ਚਾਦਰ ਮੀਤ ਅਤੇ ਰੀਨਾ ਲੈਂਦੇ ਸੀ, ਉਹ ਵੀ ਫਟ ਚੁੱਕੇ ਸੀ।
ਇਸ ਕਦਰ ਖਰਾਬ ਹੋ ਚੁੱਕੇ ਸੀ ਕਿ ਉਹਨਾਂ ਨਾਲ ਠੰਡ ਰੁਕਦੀ ਨਹੀਂ ਸੀ। ਇੱਕ ਰਾਤ ਇਸ ਕਦਰ ਠੰਡ ਵਧੀ ਕਿ ਬੁੱਢੀਆਂ ਹੱਡੀਆਂ ਠੰਡ ਨਾਲ ਦਰਦ ਕਰਨ ਲੱਗ ਪਈਆਂ। ਆਖਿਰ ਰੀਨਾ ਉੱਠੀ ਅਤੇ ਆਪਣੀ ਬੇਟੀ ਦਾ ਦਰਵਾਜ਼ਾ ਖਟਖਟਾਉਣ ਲੱਗ ਪਈ, ਜੋ ਗਰਮ ਕਮਰਿਆਂ ਵਿੱਚ ਰਜਾਈਆਂ ਲੈ ਕੇ ਸੌਂ ਰਹੇ ਸੀ। ਉਹ ਦਰਵਾਜ਼ੇ 'ਤੇ ਦਸਤਕ ਦੇ ਕੇ ਕਹਿਣ ਲੱਗੀ, ਬੇਟਾ ਕੋਈ ਕੰਬਲ ਹੈ ਤਾਂ ਦੇ ਦਿਓ, ਬਾਹਰ ਬਹੁਤ ਠੰਡ ਹੈ, ਮੇਰੇ ਕੋਲੋਂ ਇਹ ਠੰਡ ਬਰਦਾਸ਼ਤ ਨਹੀਂ ਹੋ ਰਹੀ। ਪਹਿਲਾਂ ਤਾਂ ਇਹਨਾਂ ਲੋਕਾਂ ਨੇ ਕੋਈ ਜਵਾਬ ਨਾ ਦਿੱਤਾ, ਪਰ ਜਦੋਂ ਵਾਰ-ਵਾਰ ਮਾਂ ਦਰਵਾਜ਼ਾ ਖੜਕਾਈ ਗਈ ਤਾਂ ਵਿੱਕੀ ਗੁੱਸੇ ਨਾਲ ਬੋਲਿਆ ਕਿ ਸਾਡੇ ਕੋਲ ਕੋਈ ਕੰਬਲ ਨਹੀਂ ਹੈ, ਜੋ ਪੁਰਾਣੇ ਸੀ ਉਹ ਤੁਹਾਨੂੰ ਦੇ ਦਿੱਤੇ। ਜੇ ਇੰਨਾ ਹੀ ਸ਼ੌਂਕ ਹੈ ਤਾਂ ਕਾਰਤਿਕ ਨੂੰ ਬੋਲੋ, ਉਹ ਬਾਹਰੋਂ ਤੁਹਾਡੇ ਦੋਨਾਂ ਲਈ ਚੰਗੇ ਅਤੇ ਵਧੀਆ ਕੰਬਲ ਭੇਜ ਦੇਵੇਗਾ। ਇਹ ਕਹਿ ਕੇ ਉਹ ਹੱਸਣ ਲੱਗ ਪਿਆ ਤੇ ਉਸ ਦੀ ਪਤਨੀ ਵੀ ਹੱਸਣ ਲੱਗ ਪਈ ਸੀ। ਮਾਂ ਨੇ ਜਦੋਂ ਇਹ ਸੁਣਿਆ ਤਾਂ ਅੱਗ ਬਬੂਲਾ ਹੋ ਗਈ। ਅੱਜ ਤਾਂ ਉਹ ਰੋਣ ਹੀ ਲੱਗ ਪਈ ਸੀ ਤੇ ਕਹਿਣ ਲੱਗੀ ਕਿ ਅਸੀਂ ਸਿਰਫ ਕਾਰਤਿਕ ਦੇ ਹੀ ਮਾਂ-ਬਾਪ ਹਾਂ, ਤੇਰੇ ਅਸੀਂ ਕੁਝ ਨਹੀਂ ਲੱਗਦੇ। ਜਿੰਨਾ ਸਾਨੂੰ ਉਹ ਪਿਆਰਾ ਸੀ ਓਨਾ ਹੀ ਤੂੰ ਵੀ ਸੀ। ਤੂੰ ਗੱਲ-ਗੱਲ ਤੇ ਸਾਨੂੰ ਤਾਨੇ ਦਿੰਦਾ ਰਹਿਣਾ ਏ। ਉਹ ਵਕਤ ਕੀ ਤੈਨੂੰ ਯਾਦ ਨਹੀਂ ਜਦੋਂ ਅਸੀਂ ਤੇਰੀ ਖਾਤਰ ਅੱਧੀ ਰਾਤ ਤੱਕ ਜਾਗਦੇ ਰਹਿੰਦੇ ਸੀ ਤਾਂ ਕਿ ਤੈਨੂੰ ਤਕਲੀਫ ਨਾ ਹੋਵੇ। ਜਦੋਂ ਤੂੰ ਬਿਮਾਰ ਹੋ ਜਾਂਦਾ ਸੀ ਕਿ ਮੈਂ ਤੇਰੀ ਦੇਖਭਾਲ ਨਹੀਂ ਕੀਤੀ। ਅੱਜ ਉਸੇ ਮਾਂ-ਬਾਪ ਨੂੰ ਤੂੰ ਬਾਹਰ ਠੰਡ ਵਿੱਚ ਸੁੱਟਿਆ ਹੋਇਆ ਹੈ ਤੇ ਗਰਮ ਬਿਸਤਰਾ ਵੀ ਨਹੀਂ ਦੇ ਸਕਦਾ। ਵਿੱਕੀ ਅਤੇ ਉਸਦੀ ਪਤਨੀ ਨੇ ਜ਼ੋਰ ਦੀ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਨਿਕਲ ਆਏ ਅਤੇ ਕਹਿਣ ਲੱਗੇ, ਹਰ ਮਾਂ-ਬਾਪ ਐਦਾਂ ਹੀ ਕਰਦੇ ਹਨ, ਤੁਸੀਂ ਕੋਈ ਅਹਿਸਾਨ ਨਹੀਂ ਕੀਤਾ। ਕਾਰਤਿਕ ਤੁਹਾਡਾ ਕੋਈ ਇਕਲੌਤਾ ਬੇਟਾ ਨਹੀਂ ਸੀ ਜਿਸ ਦੇ ਲਈ ਤੁਸੀਂ ਚੰਨ ਤਾਰੇ ਤੋੜਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸੀ, ਪਰ ਮੇਰੀ ਵਾਰੀ ਤੁਹਾਡੇ ਕੋਲੋਂ ਕੁਝ ਨਹੀਂ ਸਰਦਾ ਸੀ। ਹਰ ਵਾਰ ਮੇਰੇ ਨਾਲੋਂ ਜ਼ਿਆਦਾ ਉਸ ਨੂੰ ਅਹਿਮੀਅਤ ਦਿੱਤੀ ਤੁਸੀਂ, ਤੇ ਹੁਣ ਭਲਾ ਮੈਂ ਕਿਉਂ ਤੁਹਾਡਾ ਖਰਚਾ ਚੁੱਕਾਂ। ਜਾਓ ਆਪਣੇ ਵੱਡੇ ਬੇਟੇ ਦੇ ਕੋਲ, ਜਿਸ ਦੀ ਖਾਤਰ ਤੁਸੀਂ ਸਾਰੀ ਜ਼ਮੀਨ ਵੇਚ ਦਿੱਤੀ, ਮੇਰਾ ਹੱਕ ਵੀ ਖੋ ਕੇ ਦੇ ਦਿੱਤਾ। ਮਾਂ ਨੇ ਜਦੋਂ ਇਹ ਸਭ ਸੁਣਿਆ ਤਾਂ ਬੇਟੇ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਅਤੇ ਕਹਿਣ ਲੱਗੀ, ਕਾਸ਼ ਤੂੰ ਪੈਦਾ ਹੁੰਦਾ ਹੀ ਮਰ ਜਾਂਦਾ ਤਾਂ ਅੱਜ ਇਹ ਮੁਸ਼ਕਲ ਸਮਾਂ ਨਾ ਦੇਖਣਾ ਪੈਂਦਾ। ਅਨੀਤਾ ਤਾਂ ਗੁੱਸੇ 'ਚ ਲਾਲ ਹੋ ਗਈ ਅਤੇ ਸੱਸ ਨੂੰ ਧੱਕਾ ਦੇ ਕੇ ਬੋਲੀ, ਤੇਰੀ ਇੰਨੀ ਹਿੰਮਤ ਜੋ ਮੇਰੇ ਪਤੀ ਤੇ ਹੱਥ ਚੁੱਕੇ। ਇੱਕ ਤਾਂ ਇਸ ਘਰ ਵਿੱਚ ਤੁਹਾਨੂੰ ਦੋਨਾਂ ਨੂੰ ਰੱਖਿਆ ਹੋਇਆ ਹੈ, ਉੱਪਰੋਂ ਸਾਨੂੰ ਅੱਖਾਂ ਦਿਖਾਉਂਦੇ ਹੋ। ਨਿਕਲੋ ਸਾਡੇ ਘਰੋਂ, ਤੁਹਾਡੇ ਦੋਨਾਂ ਦਾ ਇੱਥੇ ਕੋਈ ਹੱਕ ਨਹੀਂ ਹੈ। ਵਿੱਕੀ ਵੀ ਗੁੱਸੇ ਨਾਲ ਅੱਗ ਬਬੂਲਾ ਹੋ ਚੁੱਕਿਆ ਸੀ। ਮਾਂ-ਬਾਪ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਦੋਨੋਂ ਮਾਂ-ਬਾਪ ਬੇਟੇ ਦੇ ਧੱਕੇ ਖਾ ਕੇ ਗਲੀ ਵਿੱਚ ਡਿੱਗੇ ਸੀ। ਕਿੰਨੀ ਦੇਰ ਬੈਠ ਕੇ ਰੋਂਦੇ ਰਹੇ। ਠੰਡ ਬਹੁਤ ਵੱਧ ਗਈ ਸੀ। ਠੰਡੀ ਹਵਾ ਤਾਂ ਸਰੀਰ ਵਿੱਚ ਖੂਨ ਨੂੰ ਜਮਾ ਰਹੀ ਸੀ। ਇੱਧਰ ਮਾਂ-ਬਾਪ ਠੰਡ ਵਿੱਚ ਪਏ ਥਰ-ਥਰ ਕੰਬ ਰਹੇ ਸੀ। ਦੋਨੋਂ ਘੁੱਟ-ਘੁੱਟ ਕੇ ਰੋ ਰਹੇ ਸੀ ਕਿ ਕਿਤੇ ਮੁਹੱਲੇ ਵਾਲਿਆਂ ਨੂੰ ਆਵਾਜ਼ ਨਾ ਚਲੀ ਜਾਵੇ। ਉੱਥੇ ਹੀ ਦੂਸਰਾ ਬੇਟਾ ਬਾਹਰੋਂ ਪੜ੍ਹਾਈ ਪੂਰੀ ਕਰਕੇ ਇੰਡੀਆ ਆ ਰਿਹਾ ਸੀ। ਉਹ ਖੁਸ਼ੀ-ਖੁਸ਼ੀ ਆ ਰਿਹਾ ਸੀ ਕਿ ਮਾਂ-ਬਾਪ ਨੂੰ ਸਰਪ੍ਰਾਈਜ਼ ਦੇਵਾਂਗਾ। ਉਸਨੇ ਇੰਨੇ ਸਾਲਾਂ ਵਿੱਚ ਕਈ ਵਾਰ ਆਪਣੇ ਮਾਂ-ਬਾਪ ਨੂੰ ਕਾਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਭਰਾ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਇੱਕ ਵਾਰ ਵੀ ਵਿੱਕੀ ਨੇ ਫੋਨ ਨਹੀਂ ਚੁੱਕਿਆ ਸੀ ਅਤੇ ਨਾ ਹੀ ਆਪਣੇ ਮਾਂ-ਬਾਪ ਨਾਲ ਗੱਲ ਕਰਵਾਈ ਸੀ। ਖੈਰ ਉਸਨੂੰ ਯਕੀਨ ਸੀ ਕਿ ਉਸਦੇ ਮਾਂ-ਬਾਪ ਇਸ ਦਾ ਇੰਤਜ਼ਾਰ ਕਰ ਰਹੇ ਹੋਣਗੇ। ਉਸਨੇ ਪੂਰਾ ਬੈਗ ਤੋਹਫਿਆਂ ਦੇ ਨਾਲ ਭਰਿਆ ਹੋਇਆ ਸੀ। ਉੱਥੇ ਉਸ ਦੀ ਚੰਗੀ ਨੌਕਰੀ ਵੀ ਲੱਗ ਗਈ ਸੀ, ਜਿੱਥੇ ਲੱਖਾਂ ਰੁਪਏ ਕਮਾ ਰਿਹਾ ਸੀ। ਹੁਣ ਇਹ ਕੰਪਨੀ 'ਚੋਂ 2 ਮਹੀਨੇ ਦੀ ਛੁੱਟੀ ਲੈ ਕੇ ਆ ਰਿਹਾ ਸੀ। ਪਰ ਜਿੱਦਾਂ ਹੀ ਉਸਨੇ ਆਪਣੇ ਘਰ ਦੀ ਗਲੀ 'ਚ ਪੈਰ ਰੱਖਿਆ ਤਾਂ ਚੌਂਕ ਕੇ ਇਹਨਾਂ ਲੋਕਾਂ ਦੇ ਕਰੀਬ ਆਉਣ ਲੱਗਾ। ਸ਼ਾਇਦ ਕੋਈ ਫਕੀਰ ਹੋਣ ਜਾਂ ਮੰਗਣ ਵਾਲੇ ਹੋਣਗੇ ਜੋ ਦਰਵਾਜ਼ੇ ਦੇ ਬਾਹਰ ਪਏ ਸੀ। ਉਸ ਨੂੰ ਇਹਨਾਂ ਬਜ਼ੁਰਗਾਂ 'ਤੇ ਰਹਿਮ ਜਿਹਾ ਆ ਰਿਹਾ ਸੀ। ਦਿਲ ਹੀ ਦਿਲ ਸੋਚਣ ਲੱਗ ਪਿਆ ਕਿ ਪਤਾ ਨਹੀਂ ਵਿਚਾਰੇ ਕਿਸ ਮੁਸੀਬਤ ਵਿੱਚ ਇੰਨੀ ਠੰਡ 'ਚ ਇੱਥੇ ਲੇਟ ਗਏ ਨੇ। ਸ਼ਾਇਦ ਇਹਨਾਂ ਦਾ ਕੋਈ ਘਰ ਟਿਕਾਣਾ ਨਹੀਂ ਹੈ। ਪਰ ਜਦੋਂ ਕੋਲ ਆ ਕੇ ਸ਼ਕਲ ਦੇਖੀ ਤਾਂ ਉਸਦੇ ਹੋਸ਼ ਹੀ ਉੱਡ ਗਏ। ਇਹ ਤਾਂ ਉਸਦੇ ਮਾਂ-ਬਾਪ ਸੀ ਜੋ ਇੱਕ ਦੂਸਰੇ ਦੇ ਮੋਢਿਆਂ 'ਤੇ ਸਿਰ ਰੱਖ ਕੇ ਸੋ ਰਹੇ ਸੀ। ਕਾਰਤਿਕ ਦੀ ਉਸ ਸਮੇਂ ਚੀਕ ਨਿਕਲੀ ਸੀ। ਉਹ ਚੀਕ ਕੇ ਆਪਣੇ ਮਾਂ-ਬਾਪ ਨੂੰ ਉਠਾਉਣ ਲੱਗ ਪਿਆ, ਪਰ ਉਹ ਹਿੱਲ ਹੀ ਨਹੀਂ ਰਹੇ ਸੀ। ਉਸਨੇ ਸਾਰਾ ਸਮਾਨ ਉੱਥੇ ਹੀ ਰੱਖਿਆ ਤੇ ਆਪਣੇ ਮਾਂ-ਬਾਪ ਨੂੰ ਹਸਪੀਟਲ ਲੈ ਗਿਆ, ਜਿੱਥੇ ਇਹਨਾਂ ਦਾ ਇਲਾਜ ਕਰਵਾਇਆ ਗਿਆ ਤੇ ਡਾਕਟਰ ਨੇ ਕਿਹਾ ਕਿ ਠੰਡ ਇਹਨਾਂ ਦੀਆਂ ਹੱਡੀਆਂ ਵਿੱਚ ਸਮਾ ਚੁੱਕੀ ਹੈ। ਇਹਨਾਂ ਦੇ ਪੂਰੇ ਸਰੀਰ ਵਿੱਚ ਇਨਫੈਕਸ਼ਨ ਹੋ ਗਈ ਹੈ। ਉਹੀ ਕਾਰਤਿਕ ਬਿਖਰਿਆ ਹੋਇਆ ਘਰ ਵਾਪਸ ਆ ਗਿਆ। ਵੱਡੇ ਭਰਾ ਨੂੰ ਦੇਖ ਕੇ ਛੋਟਾ ਭਰਾ ਬੌਖਲਾ ਗਿਆ। ਜਦੋਂ ਕਾਰਤਿਕ ਨੇ ਉਹਦੇ ਕੋਲੋਂ ਸਭ ਗੱਲਾਂ ਬਾਰੇ ਪੁੱਛਿਆ ਤਾਂ ਉਹ ਖੌਫ ਨਾਲ ਕੁਝ ਵੀ ਨਾ ਬੋਲਿਆ ਤੇ ਕਹਿਣ ਲੱਗਾ, ਮੈਨੂੰ ਕੀ ਪਤਾ ਉਹ ਉੱਥੋਂ ਤੱਕ ਕਿੱਦਾਂ ਪਹੁੰਚੇ। ਮੈਂ ਤਾਂ ਉਹਨਾਂ ਨੂੰ ਕਮਰੇ ਵਿੱਚ ਸਵਾ ਕੇ ਗਿਆ ਸੀ। ਕਾਰਤਿਕ ਨੂੰ ਕੁਝ ਤਾਂ ਗੜਬੜ ਲੱਗ ਰਹੀ ਸੀ। ਉਸਨੇ ਸਮਾਨ ਘਰ ਦੇ ਅੰਦਰ ਰੱਖਿਆ ਤੇ ਵਾਪਸ ਮਾਂ-ਬਾਪ ਦੇ ਕੋਲ ਚਲਾ ਗਿਆ। ਜਦੋਂ ਮਾਂ-ਬਾਪ ਨੂੰ ਹੋਸ਼ ਆਇਆ ਤਾਂ ਉਹ ਬੇਟੀ ਦੇ ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਣ ਲੱਗ ਪਏ। ਮਾਂ-ਬਾਪ ਨੇ ਸਾਰੀ ਦਾਸਤਾਨ ਬੇਟੀ ਨੂੰ ਸੁਣਾਈ ਤਾਂ ਕਾਰਤਿਕ ਅੱਗ ਬਬੂਲਾ ਹੋ ਗਿਆ। ਘਰ ਜਾ ਕੇ ਆਪਣੇ ਭਰਾ ਨੂੰ ਬਹੁਤ ਮਾਰਿਆ। ਭਾਬੀ ਨੂੰ ਉਹ ਬਹੁਤ ਗੱਲਾਂ ਸੁਣਾਉਂਦਾ ਰਿਹਾ, ਕਿਉਂਕਿ ਉਹ ਔਰਤ 'ਤੇ ਹੱਥ ਚੁੱਕਣ ਵਾਲਿਆਂ ਵਿੱਚੋਂ ਨਹੀਂ ਸੀ।
ਜਦੋਂ ਵਿੱਕੀ ਨੂੰ ਪਤਾ ਲੱਗਾ ਕਿ ਭਰਾ ਦੀ ਚੰਗੀ ਨੌਕਰੀ ਲੱਗ ਗਈ ਹੈ ਤੇ ਲੱਖਾਂ ਦੇ ਹਿਸਾਬ ਨਾਲ ਤਨਖਾਹ ਹੈ, ਤਾਂ ਉਹ ਆਪਣੀ ਪਤਨੀ ਨੂੰ ਮਾਰਨ ਲੱਗ ਪਿਆ ਕਿ ਤੇਰੀਆਂ ਗੱਲਾਂ ਵਿੱਚ ਆ ਕੇ ਮੈਂ ਆਪਣੇ ਭਰਾ ਤੇ ਮਾਂ-ਬਾਪ ਨਾਲ ਵਿਗਾੜੀ। ਜੇ ਮੈਂ ਉਹਨਾਂ ਨਾਲ ਮਾੜਾ ਸਲੂਕ ਨਾ ਕਰਦਾ ਤਾਂ 2-4 ਲੱਖ ਮੇਰੇ ਹੱਥ ਵੀ ਆ ਜਾਂਦੇ। ਪਰ ਦੋਨੋਂ ਇੱਕ ਦੂਜੇ ਨੂੰ ਕੋਸਦੇ ਹੀ ਰਹਿ ਗਏ। ਕਾਰਤਿਕ ਆਪਣੇ ਮਾਂ-ਬਾਪ ਦਾ ਇਲਾਜ ਕਰਵਾ ਕੇ ਬਾਹਰ ਲੈ ਗਿਆ। ਉਸ ਦੇ ਮਾਂ-ਬਾਪ ਉਸ ਦੇ ਨਾਲ ਬਹੁਤ ਖੁਸ਼ ਹਨ ਅਤੇ ਕਾਰਤਿਕ ਵੀ ਉਹਨਾਂ ਦੀ ਬਹੁਤ ਸੇਵਾ ਕਰਦਾ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ। ਜੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।